ਵੈਲਕਮ ਸਟੂਡੈਂਟਸ। ਅੱਜ ਅਸੀਂ ਮੁਲਾਂਕਣ ਬਾਰੇ ਗੱਲ ਕਰਾਂਗੇ। ਇਵੈਲੂਏਸ਼ਨ ਰਾਧਾ ਕ੍ਰਿਸ਼ਨਨ ਕਮਿਸ਼ਨ ਅਨੁਸਾਰ ਜੇਕਰ ਇਮਤਿਹਾਨ ਲੈਣੇ ਜ਼ਰੂਰੀ ਹਨ ਤਾਂ ਇਸ ਦੀਆਂ ਕਮੀਆਂ ਵਿੱਚ ਸੁਧਾਰ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਮੁਲਾਂਕਣ ਪ੍ਰਕਿਰਿਆ ਜਿਹੜੀ ਉਹਦੇ ਵਿੱਚ ਸੁਧਾਰ ਆ ਜਿਹੜਾ ਉਹ ਕਰਨਾ ਬਹੁਤ ਜ਼ਰੂਰੀ ਹੈ। ਮੁਲਾਂਕਣ ਪ੍ਰਕਿਰਿਆ ਰਾਹੀਂ ਹੀ ਅਸੀਂ ਬੱਚੇ ਦਾ ਜਿਹੜਾ ਬਿਹੇਵੀਅਰ ਉਹ ਦੇਖਦੇ ਹਾਂ। ਜਿਹੜੀ ਸਿੱਖਣ ਪ੍ਰਕਿਰਿਆ ਹੈ, ਸਿੱਖਣ ਸਿਖਾਉਣ ਪ੍ਰਕਿਰਿਆ, ਉਹਦੇ ਉਦੇਸ਼ਾਂ ਦੀ ਪੂਰਤੀ ਦਾ ਸਾਨੂੰ ਮੁਲਾਂਕਣ ਪ੍ਰਕਿਰਿਆ ਤੋਂ ਹੀ ਪਤਾ ਚੱਲਦਾ ਹੈ। ਮੁਲਾਂਕਣ ਅਧਿਆਪਕ ਦੀ ਅਧਿਆਪਨ ਪ੍ਰਕਿਰਿਆ ਦਾ ਉਦੇਸ਼ ਵਿਦਿਆਰਥੀਆਂ ਦੀ ਪਹਿਲੀ ਚਿੰਤਾ ਅਤੇ ਮਾਤਾ ਪਿਤਾ ਲਈ ਵੱਡਾ ਪੁਰਸਕਾਰ ਹੈ। ਪ੍ਰੀਖਿਆਵਾਂ ਸਿੱਖਿਆ ਦਾ ਅਨਿੱਖੜਵਾਂ ਅੰਗ ਹੁੰਦੀਆਂ ਨੇ। ਇਹਨਾਂ ਦੁਆਰਾ ਹੀ ਵੱਖ-ਵੱਖ ਦੋਸ਼ਾਂ ਦਾ ਅਨੁਮਾਨ ਵੀ ਅਸੀਂ ਸਮੇਂ-ਸਮੇਂ 'ਤੇ ਲਗਾ ਸਕਦੇ ਹਾਂ। ਹੁਣ ਕਈ ਅਜਿਹੇ ਕਮਿਸ਼ਨ ਨੇ ਜਿਨ੍ਹਾਂ ਨੇ ਸਿੱਖਿਆ ਵਿੱਚ ਪ੍ਰੀਖਿਆ ਪ੍ਰਣਾਲੀ ਨੂੰ ਸੁਧਾਰਨ ਦੀ ਗੱਲ ਕੀਤੀ ਹੈ। ਇਹ ਕਮਿਸ਼ਨ ਨੇ ਹੰਟਰ ਕਮਿਸ਼ਨ, ਸੈਡਲਰ ਕਮਿਸ਼ਨ, ਜਿਹਨੂੰ ਕਲਕੱਤਾ ਯੂਨੀਵਰਸਿਟੀ ਕਮਿਸ਼ਨ ਵੀ ਬੋਲਿਆ ਜਾਂਦਾ ਹੈ, ਹਾਰਟੌਕ ਕਮੇਟੀ, ਸਾਰਜੈਂਟ ਕਮਿਸ਼ਨ, ਮੁਦਾਲੀਅਰ ਕਮਿਸ਼ਨ, ਜਿਹਨੂੰ ਮਾਧਮਿਕ ਸਿੱਖਿਆ ਕਮਿਸ਼ਨ ਵੀ ਬੋਲਿਆ ਜਾਂਦਾ ਹੈ। ਇਹ ਸਾਰੇ ਕਮਿਸ਼ਨਾਂ ਨੇ ਮੁਲਾਂਕਣ ਕਰਨ 'ਤੇ ਜ਼ੋਰ ਦਿੱਤਾ ਅਤੇ ਮੁਲਾਂਕਣ ਪ੍ਰੀਖਿਆ ਪ੍ਰਣਾਲੀ ਨੂੰ ਸੁਧਾਰਨ 'ਤੇ ਜ਼ੋਰ ਦਿੱਤਾ ਹੈ। ਮੁਲਾਂਕਣ ਦੀਆਂ ਪਰਿਭਾਸ਼ਾਵਾਂ ਦੇਖਦੇ ਹਾਂ ਅਸੀਂ। ਰਾਸ਼ਟਰੀ ਸਿੱਖਿਆ ਨੀਤੀ 1986 ਦੀ ਰਿਪੋਰਟ ਅਨੁਸਾਰ ਸਹੀ ਅਤੇ ਵਿਆਪਕ ਮੁਲਾਂਕਣ, ਜਿਸ ਵਿੱਚ ਮੁਲਾਂਕਣ ਦੇ ਸਿੱਖਿਆ ਅਤੇ ਗੈਰ ਸਿੱਖਿਅਕ ਭਾਵ ਅੰਦਰੂਨੀ ਅਤੇ ਬਾਹਰੀ ਦੋਵੇਂ ਪੱਖ ਸ਼ਾਮਿਲ ਹੋਣ, ਜੋ ਸਿੱਖਿਆ ਵਿੱਚ ਪ੍ਰਾਪਤ ਕਰਨ ਦੀ ਮਿਆਦ ਤੱਕ ਹੋਵੇ, ਉਹੀ ਸਹੀ ਅਰਥਾਂ ਵਿੱਚ ਮੁਲਾਂਕਣ ਹੁੰਦਾ ਹੈ। ਮਤਲਬ ਕਿ ਜਿਹਦੇ ਵਿੱਚ ਅੰਦਰੂਨੀ ਅਤੇ ਬਾਹਰੀ ਜਿਹੜਾ ਇਹ ਦੋਨੇ ਤਰ੍ਹਾਂ ਦਾ ਪੱਖ ਉਹ ਦੇਖਿਆ ਜਾਵੇ। ਕਰੀਕੂਲਰ ਅਤੇ ਕੋ ਕਰੀਕੂਲਰ ਗਤੀਵਿਧੀਆਂ ਰਾਹੀਂ ਬੱਚੇ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ। ਇਹਦੇ ਵਿੱਚ ਉਹਦੇ ਅੰਦਰਲੇ ਗੁਣਾਂ ਨੂੰ ਵੀ ਮਾਪਿਆ ਜਾਣਾ ਚਾਹੀਦਾ ਹੈ ਅਤੇ ਸਹੀ ਅਰਥਾਂ ਦੇ ਵਿੱਚ ਮੁਲਾਂਕਣ ਉਹੀ ਹੁੰਦਾ ਹੈ ਜਿਹੜਾ ਸਮੇਂ ਰਹਿੰਦੇ ਦੇ ਵਿੱਚ ਹੀ ਜਿਹੜਾ ਇਹ ਹੋ ਸਕੇ। ਤਾਂ ਇਹਦੇ 3 ਥੰਮ ਦੱਸੇ ਨੇ। 3 ਥੰਮਾਂ ਦੇ ਵਿੱਚ ਸਿੱਖਿਆ ਦੇ ਉਦੇਸ਼, ਅਨੁਭਵ ਅਤੇ ਵਿਵਹਾਰ, ਮੁਲਾਂਕਣ ਵਿਧੀਆਂ। ਪਰਪਸ, ਏਮਸ ਆਫ ਐਜੂਕੇਸ਼ਨ ਪਹਿਲਾ ਇੱਕ ਪਿੱਲਰ ਹੈ ਇਹਦਾ ਮੁਲਾਂਕਣ ਦਾ। ਐਕਸਪੀਰੀਅੰਸ ਐਂਡ ਬਿਹੇਵੀਅਰ ਦੂਸਰਾ ਪਿੱਲਰ ਆ। ਇਵੈਲੂਏਸ਼ਨ ਮੈਥਡਸ ਨੇ ਜਿਹੜੇ ਉਹ ਤੀਸਰਾ ਪਿੱਲਰ ਆ। ਇਹਨਾਂ ਸਾਰਿਆਂ ਦੇ ਨਾਲ ਜੁੜਨ 'ਤੇ ਹੀ ਜਿਹੜਾ ਮੁਲਾਂਕਣ ਦੀ ਇਮਾਰਤ ਆ ਉਹ ਖੜੀ ਹੁੰਦੀ ਆ। ਅੱਗੇ ਅਸੀਂ ਬਰਾਊਨ ਦੇ ਸ਼ਬਦਾਂ ਵਿੱਚ ਦੇਖਦੇ ਹਾਂ। ਕਦੇ ਨਾ ਖਤਮ ਹੋਣ ਵਾਲੇ ਲਕਸ਼ ਨਿਰਮਾਣ ਦੇ ਲਈ ਮੁਲਾਂਕਣ ਜ਼ਰੂਰੀ ਪ੍ਰਕਿਰਿਆ ਹੈ। ਇਹ ਉਸ ਦੇ ਵਿਕਾਸ ਦਾ ਮਾਪਨ ਕਰਦਾ ਹੈ ਅਤੇ ਨਵੀਆਂ ਚੇਤਾਵਨੀਆਂ ਦੇ ਸੰਦਰਭ ਵਿੱਚ ਨਵੇਂ ਲਕਸ਼ਾਂ ਨੂੰ ਨਿਸ਼ਚਿਤ ਕਰਦਾ ਹੈ। ਚੇਤਾਵਨੀਆਂ ਦਾ ਇੱਥੇ ਅਰਥ ਹੈ ਕਿ ਇਵੈਲੂਏਸ਼ਨ ਪ੍ਰੋਸੈਸ ਦੇ ਵਿੱਚ ਸਕਸੈਸਫੁਲ ਅਤੇ ਫੇਲੂਅਰ। ਅੱਗੇ NCERT ਦੀ ਡੈਫੀਨੇਸ਼ਨ ਆ। ਮੁਲਾਂਕਣ ਇੱਕ ਕ੍ਰਮਬੱਧ ਅਤੇ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਵਾਇਲ ਦੀ ਡੈਫੀਨੇਸ਼ਨ ਆ। ਮੁਲਾਂਕਣ ਉਹਨਾਂ ਨਿਰਣਿਆਂ ਅਤੇ ਨਤੀਜਿਆਂ ਦੀ ਪ੍ਰਕਿਰਿਆ ਹੈ ਜਿਹੜੇ ਯੋਜਨਾ ਦੇ ਆਧਾਰ 'ਤੇ ਪੇਸ਼ ਕੀਤੇ ਜਾਂਦੇ ਨੇ। ਇਸ ਵਿੱਚ ਲਕਸ਼ਾਂ ਦੀ ਸਥਾਪਨਾ, ਲਕਸ਼ਾਂ ਦੀ ਪ੍ਰਗਤੀ ਅਤੇ ਵਿਕਾਸ ਆਦਿ ਸ਼ਾਮਲ ਹੁੰਦੇ ਨੇ। ਇਹਨਾਂ ਸਾਰੀਆਂ ਪਰਿਭਾਸ਼ਾਵਾਂ ਤੋਂ ਅਸੀਂ ਕੀ ਦੇਖਦੇ ਹਾਂ ਕਿ ਇਹ 3 ਨੇ ਜਿਹੜੇ ਮੁਲਾਂਕਣ ਦੇ ਸਤੰਭ ਨੇ। ਮੁਲਾਂਕਣ ਪ੍ਰਕਿਰਿਆ ਜਿਹੜੀ ਇਹਨਾਂ ਤਿੰਨਾਂ ਨਾਲ ਮਿਲ ਕੇ ਬਣਦੀ ਆ। ਸਿੱਖਿਆ ਦੇ ਉਦੇਸ਼, ਸਿੱਖਣ, ਅਨੁਭਵ ਅਤੇ ਮੁਲਾਂਕਣ ਵਿਧੀਆਂ। ਸਿੱਖਿਆ ਦੇ ਉਦੇਸ਼ਾਂ ਦੇ ਵਿੱਚ ਸ਼ਾਮਿਲ ਹੋਊਗਾ ਗਿਆਨਾਤਮਕ, ਭਾਵਾਤਮਕ ਅਤੇ ਕਿਰਿਆਤਮਕ ਉਦੇਸ਼, ਗਿਆਨ, ਬੋਧ, ਪ੍ਰਯੋਗ, ਕੌਸ਼ਲ, ਰੁਚੀਆਂ ਅਤੇ ਰੁਝਾਨ। ਸਿੱਖਣ ਅਨੁਭਵਾਂ ਦੇ ਵਿੱਚ ਸ਼ਾਮਿਲ ਹੋਊਗਾ ਪਾਠ ਪੁਸਤਕਾਂ, ਵਿਆਖਿਆ, ਪਰਿਯੋਜਨਾ, ਵਾਦ ਵਿਵਾਦ ਅਤੇ ਕਿਰਿਆਵਾਂ। ਮੁਲਾਂਕਣ ਵਿਧੀਆਂ 'ਚ ਕੀ ਸ਼ਾਮਿਲ ਹੋਊਗਾ? ਮੌਖਿਕ, ਲਿਖਿਤ, ਪ੍ਰਯੋਗਿਕ ਪ੍ਰੀਖਿਆਵਾਂ, ਨਿਰੀਖਣ, ਰੇਟਿੰਗ ਸਕੇਲ, ਰੁਚੀ ਸੂਚੀਆਂ, ਵਿਅਕਤੀਗਤ ਸੂਚੀਆਂ ਆਦਿ। ਤਾਂ ਇਹਦਾ ਮਤਲਬ ਆ ਕਿ ਇਹ 3 ਪਾਸਿਆਂ ਤੋਂ ਜਿਹੜੀ ਆ ਇਹ ਮਿਥਿਆ ਗਿਆ ਹੈ ਸਿੱਖਣ ਸਿਖਾਉਣ ਪ੍ਰਕਿਰਿਆ ਦੇ ਵਿੱਚ। ਤਾਂ ਜਿਹੜਾ ਲਰਨਿੰਗ ਐਕਸਪੀਰੀਅੰਸ ਆ ਉਹੀ ਸਾਨੂੰ ਸਿਖਾਉਂਦਾ ਹੈ ਕਿ ਸਿੱਖਿਆ ਦੇ ਉਦੇਸ਼ ਨੇ ਜਿਹੜੇ ਉਹ ਪੂਰੇ ਹੋ ਰਹੇ ਨੇ।
ਮੁਲਾਂਕਣ ਵਿਧੀਆਂ ਦੀ ਪ੍ਰਗਤੀ ਵੀ ਇਹੀ ਦੱਸਦਾ ਹੈ। ਤਾਂ ਇਸ ਵੀਡੀਓ ਦੇ ਵਿੱਚ ਅਸੀਂ ਮੁਲਾਂਕਣ, ਇਸ ਦੀਆਂ ਪਰਿਭਾਸ਼ਾਵਾਂ ਕੀਤੀਆਂ ਨੇ, ਇਹਦਾ ਕਨਸੈਪਟ ਕੀਤਾ ਹੈ ਅਸੀਂ। ਅੱਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਅੱਗੇ ਦੇਖਦੇ ਹਾਂ ਕਿ ਮੁਲਾਂਕਣ ਦਾ ਨੈਕਸਟ ਟੌਪਿਕ ਕਰਾਂਗੇ। ਓਕੇ, ਥੈਂਕਸ।